सो विद्यार्थियों, जिस तरह असीं अपने पिछले लैक्चरां दे विच असीं अध्यापन सिੱਖਣ जिहड़ी प्रक्रिया हैगी आ उस दे संबंध दे विच गल कर रहे सी, जिस दे विचों असीं अध्यापन सिद्धांत ने जिहड़े उन्हां दी गल कर रहे सी। मनोविग्यानक अध्यापन सिद्धांत जिन्हां दे विच असीं हिलगार्ड दे द्वारा दिते गए जिहड़े मनोविग्यानक अध्यापन सिद्धांत सीगे सिੱਖਣ ते आधारित सीगे, उन्हां ते असीं गल कीती सी। अज असीं जिहड़े सिੱਖਣ आधारित अध्यापन सिद्धांत ने मनोविग्यानक और उन्हां दे विच जिहड़ी कि मैकॉनल ने टी.आर. मैकॉनल जिहड़े एक बुद्धिजीवी होए ने, मनोविग्यानी होए ने, और उन्होंने इस दे संबंध दे विच भी सानूं जिहड़ा काफ़ी कुछ है दस्सिया कि अध्यापन सिद्धांत अध्यापन दे मनोविग्यानिक ਜਿਹੜੇ कि ਸਿੱਖਣ ਦੇ ਆਧਾਰਿਤ ਨੇ। और इस दे विच उन्होंने सानूं दस्सिया कि जिस तरह कि एक मनुख है ਉਹਦੀ ਇੱਕ ਆਪਣੀ ਸ਼ਖਸੀਅਤ ਹੁੰਦੀ ਹੈ, ਉਸ ਦੀਆਂ ਆਪਣੀਆਂ ਰੁਚੀਆਂ, ਉਸ ਦੀਆਂ ਆਪਣੀਆਂ ਲੋੜਾਂ और उसका अपना नज़रिया और उसके अपने झुकाव और उसका अपना सुभाव है ਜਿਹੜਾ ਉਹ ਹੁੰਦਾ है। ਉਸੇ ਤਰ੍ਹਾਂ ਦਾ ਜਿਹੜਾ ਸਿੱਖਣਾ ਹੈ ਉਹ ਵੀ ਬਾਕੀ ਵਿਅਕਤੀਆਂ ਦੇ ਨਾਲੋਂ ਜਾਂ ਬਾਕੀ ਸਮੂਹ ਵਿਅਕਤੀਆਂ ਦੇ ਨਾਲੋਂ ਜਿਹੜਾ ਉਹ ਵਿਭਿੰਨ ਹੁੰਦਾ। ਔਰ ਸਿੱਖਣ ਦੇ ਆਧਾਰਿਤ ਨੇ ਜਿਹੜੇ ਕਿ ਮੈਕਡੋਨਲ, ਉਹਨਾਂ ਦਾ ਨਾਮ ਹੈਗਾ ਮੈਕਡੋਨਲ, मैकॉनल ਜਿਹੜੇ कि एक कह लो कि मनोविग्यानी ने, उन्होंने एक ਜਿਹੜਾ ਮਨੁੱਖੀ ਸ਼ਖਸੀਅਤ ਸੀ ਹੈਗੀ ਆ ਜਾਂ ਵਿਦਿਆਰਥੀ ਸ਼ਖਸੀਅਤ ਹੈਗੀ ਆ ਔਰ ਜਾਂ ਇੱਕ ਜਦੋਂ ਛੋਟਾ ਬੱਚਾ ਉਹ ਕਿਸੇ ਸਿੱਖਣ ਦੇ ਵਿੱਚ ਸ਼ਾਮਲ ਹੁੰਦਾ ਹੈ, ਭਾਵੇਂ ਉਹਦਾ ਘਰ ਤੋਂ ਸਿੱਖਣਾ ਹੋਵੇ, ਭਾਵੇਂ ਉਸ ਦਾ ਕਹਿ ਲਓ ਕਿ ਕਿਸੇ ਵੀ ਸੰਸਥਾ ਦੇ ਨਾਲ, ਚਾਹੇ ਉਹ ਸਮਾਜਿਕ ਸੰਸਥਾ ਹੈਗੀ ਆ ਜਾਂ ਕਹਿ ਲਓ ਕਿ ਉਹ ਕੋਈ ਕਿਸੇ ਹੋਰ ਕਿਸਮ ਦੀ ਸੰਸਥਾ ਹੈਗੀ ਆ, ਉਹਦਾ ਸਿੱਖਣਾ ਕਿਸ ਤਰ੍ਹਾਂ ਸ਼ੁਰੂ ਹੁੰਦਾ ਹੈ, ਉਹ ਕਿਸ ਢੰਗ ਨਾਲ ਸਿੱਖਦਾ ਹੈ, ਕਿਹੜੀਆਂ ਕਿਰਿਆਵਾਂ ਕਰਦਾ, ਕਿਹੜੀਆਂ ਕਿਰਿਆਵਾਂ ਉਸ ਨੂੰ ਪ੍ਰਭਾਵਿਤ ਕਰਦੀਆਂ ਨੇ, ਉਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਸੀ ਖੋਜ ਕੀਤੀ। ਔਰ ਉਹਨਾਂ ਨੇ ਆਪਣੀ ਖੋਜ ਦੇ ਆਧਾਰਿਤ ਜਿਹੜੇ ਅਧਿਆਪਨ ਸਿਧਾਂਤ ਨੇ, ਮਨੋਵਿਗਿਆਨਕ ਅਧਿਆਪਨ ਸਿਧਾਂਤ ਨੇ, ਉਹਨਾਂ ਦੇ ਸੰਬੰਧ ਦੇ ਵਿੱਚ ਕਿਹੜੇ ਪੱਖ ਨੇ ਜਿਹੜੇ ਉਹਨਾਂ ਨੇ ਕਹਿ ਲਓ ਕਿ ਪ੍ਰਭਾਵਸ਼ਾਲੀ ਹੁੰਦੇ ਨੇ, ਉਹਨਾਂ ਪੱਖਾਂ ਦੀ ਅੱਜ ਅਸੀਂ ਚਰਚਾ ਕਰਾਂਗੇ। ਉਹਨਾਂ ਪੱਖਾਂ ਦੇ ਵਿੱਚ ਉਹਨਾਂ ਨੇ ਵਿਦਿਆਰਥੀ ਸ਼ਖਸੀਅਤ ਨੂੰ ਜਾਂ ਵਿਦਿਆਰਥੀਆਂ ਦੇ ਉੱਪਰ ਇੱਕ ਖੋਜ ਕਰਨ ਤੋਂ ਬਾਅਦ ਹੀ ਸਾਨੂੰ ਜਿਹੜੇ ਪੱਖ ਨੇ ਦੱਸੇ ਨੇ। ਔਰ ਉਹਨਾਂ ਦਾ ਜਿਹੜਾ ਪਹਿਲਾ ਪੱਖ ਹੈਗਾ ਉਹ ਹੈਗਾ ਜੀਵਤ ਪ੍ਰਾਣੀ, ਉਹ ਹੈਗਾ ਜੀਵਤ ਪ੍ਰਾਣੀ, ਜਿਸ ਦੇ ਬਾਰੇ ਅਸੀਂ ਇਹ ਵੀ ਇੱਕ ਸਿਧਾਂਤ ਹੈਗਾ ਜੀਵਤ ਪ੍ਰਾਣੀ। ਉਹਨਾਂ ਦੇ ਮੁਤਾਬਕ ਮਨੁੱਖ ਹੈ ਜਾਂ ਵਿਦਿਆਰਥੀ ਹੈ ਉਹ ਇੱਕ ਜੀਵਤ ਪ੍ਰਾਣੀ ਹੈ। ਉਸ ਨੂੰ ਅਸੀਂ ਇੱਕ ਕਹਿ ਲਓ ਕਿ ਇੱਕ ਪੂਰਨ ਕਿਰਿਆਸ਼ੀਲ ਜਿਹੜਾ ਉਹ ਹੈਗਾ ਕਿ ਉਸ ਦੇ ਵਿੱਚ ਅਸੀਂ ਕੁਛ ਨਾ ਕੁਛ ਉਸ 'ਤੇ ਥੋਪ ਨਹੀਂ ਸਕਦੇ, ਜਾਂ ਉਸ ਨੂੰ ਆਪਣੇ ਕਹਿਣੇ ਦੇ ਮੁਤਾਬਕ ਜਾਂ ਉਸ ਨੂੰ ਆਪਣੀ ਸੋਚ ਦੇ ਮੁਤਾਬਕ ਅਸੀਂ ਪੂਰੇ ਤਰੀਕੇ ਨਾਲ ਆਪਣੇ ਨਹੀਂ ਉਸ ਨੂੰ ਢਾਲ ਸਕਦੇ ਹੈਗੇ। ਉਸ ਦੀਆਂ ਆਪਣੀਆਂ ਕੁਝ ਇਛਾਵਾਂ ਨੇ, ਉਸ ਦੀਆਂ ਆਪਣੇ ਕੁਝ ਝੁਕਾਅ ਨੇ, ਉਸ ਦਾ ਆਪਣਾ ਸੁਭਾਅ ਹੈ, ਉਸ ਦੀਆਂ ਆਪਣੇ ਗੁਣ ਨੇ ਉਹਦੀ ਸ਼ਖਸੀਅਤ ਦੇ, ਤੇ ਉਹ ਵੀ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਇੱਕ ਪੂਰਨ ਤੌਰ 'ਤੇ ਕਿਰਿਆਸ਼ੀਲ ਹੈ ਜਿਹੜਾ ਮਨੁੱਖ ਹੈ ਜੋ ਸਿੱਖਣ ਦੇ ਲਈ ਤਿਆਰ ਹੈ, ਇੱਕ ਸਿਖਾਉਣ ਦੇ ਲਈ ਜਿਹੜਾ ਤਿਆਰ ਹੈ, ਉਹ ਵੀ ਇੱਕ ਜੀਵਤ ਪ੍ਰਾਣੀ ਹੈ। ਅਧਿਆਪਕ ਵੀ ਇੱਕ ਜੀਵਤ ਪ੍ਰਾਣੀ ਹੈ, ਵਿਦਿਆਰਥੀ ਵੀ ਇੱਕ ਜੀਵਤ ਪ੍ਰਾਣੀ ਹੈ। ਤਾਂ ਕਿਸੇ ਨਾ ਕਿਸੇ ਪੱਖ 'ਤੇ ਜਾ ਕੇ ਅਧਿਆਪਨ ਦੇ ਵਿੱਚ ਉਹਨਾਂ ਦਾ ਕੀ ਹੈ ਕਿ ਕਿਸੇ ਨਾ ਕਿਸੇ ਵਿਚਾਰ ਨੂੰ ਲੈ ਕੇ ਉਹਨਾਂ ਦੇ ਵਿੱਚ ਸਹਿਮਤੀ ਬਣਦੀ ਹੈ, ਕਿਸੇ ਵਿਚਾਰ ਨੂੰ ਲੈ ਕੇ ਉਹਨਾਂ ਦੇ ਵਿੱਚ ਅਸਹਿਮਤੀ ਬਣਦੀ ਹੈ। ਜਿਸ ਤਰ੍ਹਾਂ ਅਸੀਂ ਸਧਾਰਨ ਸੁਭਾਅ ਦੀ ਗੱਲ ਕਰੀਏ ਕਿ ਸਾਡੇ ਸਾਰੇ ਜਿਹੜੇ ਮਨੁੱਖ ਨੇ ਉਹਨਾਂ ਦੇ ਸੁਭਾਅ ਇੱਕੋ ਜਿਹੇ ਨਹੀਂ ਹੁੰਦੇ, ਉਹਨਾਂ ਦੇ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ, ਉਹਨਾਂ ਦਾ ਸਿੱਖਣ ਦਾ ਢੰਗ ਇੱਕੋ ਜਿਹਾ ਨਹੀਂ ਹੁੰਦਾ, ਉਹਨਾਂ ਦਾ ਦੱਸਣ ਦਾ ਢੰਗ ਇੱਕੋ ਜਿਹਾ ਨਹੀਂ ਹੁੰਦਾ, ਉਹਨਾਂ ਦਾ ਬੋਲਣ ਦਾ ਢੰਗ ਇੱਕੋ ਜਿਹਾ ਨਹੀਂ ਹੁੰਦਾ। ਹਰ ਵਿਅਕਤੀ ਦੇ, ਹਰ ਮਨੁੱਖ ਦੇ ਆਪਣੇ ਆਪਣੇ
शब्द होंदे ने, अपना अपना बोलण का तरीका हुंदा है, अपना अपना बोलण का लहजा हुंदा है, अपना अपना सोचण का ढंग हुंदा। सो उस वखरेवे के कारण की है कि वो वखरेवा किते ना किते अध्यापन सीखण दे विच उस वखरेवे दे हुंदे होए भी आ कुछ विचारां दे उपर आ जिहड़ी सहमति हुंदी है, कुछ विचारां दे उपर आ जिहड़ी असहमति हुंदी है। सो जिहड़ा ये तत्त है जां कह लो कि एक जीवित प्राणी होने वाला पक्ष है, वो अध्यापन दे विच मनोविग्यानक तौर पर जिहड़ा बहुत बड़ा कह लो कि स्थान रखदा। कई बार होता है कि विचार के वखरेविਆਂ के कारण असी किसी चीज़ के उपर सहमत नहीं हो पाते, जां विचारों के वखरेविਆਂ के कारण साडे विचार किसी मुद्दे को लैके अलग अलग होंदे ने, साडी सोच अलग होंदी है, तो उत्थे किते ना किते उस चीज़ का दिक्कत भी पैदा होंदी है सीखण जां अध्यापन क्रिया दे विच, जां उस लई ये कह लो कि एक नवा कह लो कि डिस्कशन लई जां कोई विचार करन लई कोई ना कोई नवा सानू मुद्दा जां कोई ना कोई कह लो कि नवी गल है जिहड़ी वो भी मिलती है, क्योंकि हर व्यक्ति ज्ञानवान है, हर व्यक्ति अपनी जगह एक अलग शख्सियत होंदा है, विभिन्न शख्सियत होंदा है। उसनूं असीं एक व्यक्ति दे सुभाव नूं, एक व्यक्ति दीआं क्रियावां नूं, एक व्यक्ति दे नज़रिए नूं असीं दूसरे व्यक्ति दे नाल उसकी तुलना नहीं कर सकते, जां उस दे विच असीं उसनूं कह लो कि उसके असी किसी सुभाव के आधार पर जां उसदियां क्रियावां के आधार पर असी किसी विद्यार्थी को कह सकते हैं कि असी किसी विद्यार्थी को बेध्याना नहीं कर सकते, क्योंकि हर शख्सियत अपनी जगह स्थान रखती है, हर व्यक्ति अपने लैवल तक या अपने पद्धर का जिहड़ा वो ज्ञान रखता है, तो उन्होंने किसी विचार के उपर असहमति होनी वो सुभाविक होंगी है। उसका मतलब ये नहीं होता कि अध्यापक जो दस रहा कि उसके संबंध के जिहड़े विद्यार्थी ने उन्होंने बहुत सारे प्रश्न होंगे ने, उन्होंने प्रश्न विरोधी भी हो सकते हैं कि असी इस विचार के नाल सहमत नहीं है, कि जां विद्यार्थियों के सहमति भरे जिहड़े प्रश्न ने वो भी हो सकते हैं। सो ये किते ना किते उत्थे जिहड़ा जीवित प्राणी आ कि भाव कि अध्यापन दे विच ये नहीं हैगा कि असी विद्यार्थी की एक पासों जिहड़ी क्रिया वो चल रही होवे कि अध्यापक सिखाई जाता सिखा रहा कि उन्होंने सारे विचारों के नाल विद्यार्थियों की सहमति होवे, जां विद्यार्थियों के द्वारा जो विचार दिते जाते हैं उन्होंने नाल अध्यापक की पूरी तरह सहमत होवे। सो ये सीखण दे विच जां अध्यापन सीखण दे विच असहमति होना भी एक विशेषता है और विचारों के उपर सहमति होना भी विशेषता है। तो कई ना कई होंदा कि कई विचार किसी मुद्दे के पक्ष के विच होंदे ने, कई विचार किसी मुद्दे के विरोध के विच होंदे ने। सो इसका मुख्य कारण यही है कि मनुख जिहड़ा एक जीवित प्राणी है वो वक्-वक् वातावरण के विच विचरदा है, वक्-वक् विभिन्न स्थानां ते जांदा हुंदा है और विभिन्न विचारां नूं अपनाउंदा है, विभिन्न क्रियावां करदा, वो एक तो वध लोकां नूं मिलदा है। तो इहदे नाल की हुंदा कि उहदे विचार ने जिहड़े परिवर्तनशील भी हुंदे ने, उहदे नवे विचार भी उसदे कोल आउंदे ने, उसदे जिहड़े सकारात्मक विचार ने वो किते ना किते नकारात्मक विचार होने पड़ते हैं, किते ना किते जिहड़े नकारात्मक विचार होंदे ने वो सकारात्मक रूप ले लैंदे ने। सो असी जिस विचार दे असी कह लईए कि अज असी असहमत हाँ तो असी कल उस विचार दे सहमति भी दे सकते हैं। सानू कुछ ना कुछ समझ की लोड़ होंदी है, जां कह लो कि सानू किसी न किसी अनुभव की लोड़ होंदी है। सो जिहड़ा मनुखी एक जीवित प्राणी होने के नाते इस दियां अभिलाषावां, इस दे झुकाव, इसका सुभाव, इसका नज़रिया जिहड़ा वो परिवर्तनशील रहता है और यह हर वक्त कुछ ना कुछ सीखता रहता है और हर वक्त कुछ ना कुछ है जिहड़ा है क्रियावां के रूप में कुछ ना कुछ है क्रियाशील रहता है। सो ये जिहड़ा क्रियाशील होना, एक जीवित प्राणी होना, अध्यापन सीखण जिहड़ी क्रिया हैगी आ उस दे विच मनोविग्यानक पद्धर ते जिहड़ा है अपना एक बहुत बड़ा स्थान रखता जां एक बहुत बड़ा जिहड़ा प्रभाव है वो रखता। और असीं इसके अगले पक्ष की गल करिए उस दे विच आउंदा है कि लोड़ां दी संतुष्टि। मनोविग्यानक लोड़ां भी हो सकदियां ने और होर किस्म दीयां लोड़ां ने जिहड़ियां वो भी हो सकदियां ने। लोड़ां दी संतुष्टि। हुण असीं लोड़ां दी संतुष्टि दे विच गल करिए कि असीं विद्यार्थी लोड़ां नूं मुੱਖ रख सकते हैं जां असीं अध्यापन दीयां लोड़ां नूं मुੱਖ रख सकते हैं, सीखण दीयां लोड़ां नूं असीं मुੱਖ रख सकते हैं। साडे कोल बहुत सारियां लोड़ां हुंदियां ने अध्यापन सीखण दे विच।
ਇੱਥੇ ਅਸੀਂ ਮਨੋਵਿਗਿਆਨਕ ਪੱਧਰ ਤੇ ਜਿਹੜਾ ਅਧਿਆਪਨ ਹੈ ਕਿ ਮਨੋਵਿਗਿਆਨਕ ਪੱਧਰ ਤੇ ਕੀ ਸਥਾਨ ਰੱਖਦਾ ਹੈ, ਉਸ ਦੇ ਵਿੱਚ ਜਿਹੜਾ ਇਹ ਪੱਖ ਹੈ ਲੋੜਾਂ ਦਾ, ਉਸ ਦੇ ਵਿੱਚ ਵਿਦਿਆਰਥੀ ਦੀਆਂ ਬਹੁਤ ਸਾਰੀਆਂ ਲੋੜਾਂ ਹੁੰਦੀਆਂ ਨੇ। ਅਸੀਂ ਇਹ ਕਰੀਏ ਕਿ ਵਿਦਿਆਰਥੀਆਂ ਨੂੰ ਅਸੀਂ ਜਦੋਂ ਪੜ੍ਹਾ ਰਹੇ ਹਾਂ ਤਾਂ ਉਹਨਾਂ ਲਈ ਵੱਧ ਤੋਂ ਵੱਧ ਸਿੱਖਣਾ ਉਹ ਇੱਕ ਉਹਨਾਂ ਦੀ ਲੋੜ ਹੈ, ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰਨਾ ਉਹ ਉਹਨਾਂ ਦੀ ਲੋੜ ਹੈ, ਔਰ ਉਹਨਾਂ ਦਾ ਪੁੱਛਿਆ ਗਿਆ ਪ੍ਰਸ਼ਨ ਸ਼੍ਰੇਣੀ ਕਮਰੇ ਦੇ ਵਿੱਚ ਉਹਦਾ ਉੱਤਰ ਦੇਣਾ ਜਾਂ ਉਹਦਾ ਉੱਤਰ ਪ੍ਰਾਪਤ ਕਰਨਾ ਉਹ ਵਿਦਿਆਰਥੀਆਂ ਦੀ ਲੋੜ ਹੈ, ਔਰ ਅਧਿਆਪਕ ਦੇ ਦੁਆਰਾ ਉਹਦਾ ਉੱਤਰ ਜਿਹੜਾ ਦੇ ਕੇ ਉਹਨਾਂ ਦੀ ਇੱਕ ਲੋੜ ਦੀ ਪੂਰਤੀ ਕੀਤੀ ਜਾਂਦੀ ਹੈ। ਇਹ ਇੱਕ ਛੋਟੀ ਜਿਹੀ ਲੋੜ ਦੀ ਉਦਾਹਰਨ ਹੈ। ਸਾਡੇ ਕੋਲ ਇੱਕ ਵਿਦਿਆਰਥੀ ਦੇ ਜ਼ਿਹਨ ਦੇ ਵਿੱਚ ਜਦੋਂ ਕੋਈ ਪ੍ਰਸ਼ਨ ਆਉਂਦਾ ਤਾਂ ਉਹ ਸ਼੍ਰੇਣੀ ਕਮਰੇ ਦੇ ਵਿੱਚ ਹੀ ਆਪਣੇ ਅਧਿਆਪਕ ਦੇ ਦੁਆਰਾ ਆਪਣੇ ਉਸ ਪ੍ਰਸ਼ਨ ਦਾ ਉੱਤਰ ਚਾਹੁੰਦਾ ਤਾਂ ਉਹ ਇਸ ਦੀ ਇੱਕ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਸ਼੍ਰੇਣੀ ਕਮਰੇ ਦੀਆਂ ਬਹੁਤ ਸਾਰੀਆਂ ਲੋੜਾਂ ਹੋ ਸਕਦੀਆਂ ਨੇ, ਅਧਿਆਪਨ ਦੀਆਂ ਬਹੁਤ ਸਾਰੀਆਂ ਲੋੜਾਂ ਹੋ ਸਕਦੀਆਂ ਨੇ, ਸਿੱਖਣ ਕਿਰਿਆ ਦੀਆਂ ਬਹੁਤ ਸਾਰੀਆਂ ਲੋੜਾਂ ਹੋ ਸਕਦੀਆਂ ਨੇ। ਜਿਸ ਤਰ੍ਹਾਂ ਕਿ ਸਿੱਖਿਅਕ ਵਾਤਾਵਰਨ ਪੈਦਾ ਕਰਨਾ ਇੱਕ ਲੋੜ ਹੈ ਸਿੱਖਣ ਦੇ ਲਈ, ਜਾਂ ਸਿੱਖਣ ਕਿਰਿਆ ਨੂੰ ਇੱਕ ਪੂਰਨ ਰੂਪ ਦੇ ਵਿੱਚ ਲਾਗੂ ਕਰਨ ਦੇ ਲਈ, ਜਾਂ ਉਸ ਦੇ ਸਫਲਤਾਪੂਰਵਕ ਜਾਂ ਉਸ ਦੇ ਸੰਤੋਖਜਨਕ ਜਿਹੜੇ ਨਤੀਜੇ ਨੇ ਉਹ ਪ੍ਰਾਪਤ ਕਰਨ ਦੇ ਲਈ ਸਿੱਖਣ ਦੇ ਲਈ ਇੱਕ ਸਿੱਖਕ ਜਾਂ ਕਹਿ ਲਈਏ ਕਿ ਇੱਕ ਕਹਿ ਲਓ ਕਿ ਇੱਕ ਚੰਗੇ ਜਾਂ ਇੱਕ ਸਕਾਰਾਤਮਕ ਜਿਹੜਾ ਵਾਤਾਵਰਨ ਹੈ ਉਸ ਦੀ ਲੋੜ ਹੈ ਕਿ ਜਿਸ ਤੋਂ ਪ੍ਰੇਰਿਤ ਹੋ ਕੇ ਵਿਦਿਆਰਥੀ ਜਾਂ ਜਿਸ ਉਹ ਅਜਿਹਾ ਵਾਤਾਵਰਨ ਕਿ ਜਿਸ ਦੇ ਵਿੱਚ ਜਿਸ ਤੋਂ ਪ੍ਰੇਰਨਾ ਲੈ ਕੇ ਜਾਂ ਜਿਸ ਤੋਂ ਕਹਿ ਲਓ ਕਿ ਉਹ ਸਮਝ ਲੈ ਕੇ ਨੇ ਉਹ ਵੱਧ ਤੋਂ ਵੱਧ ਕੀ ਹੈ ਉਹ ਸਿੱਖ ਸਕਣ। ਤਾਂ ਇਹ ਇੱਕ ਲੋੜ ਹੁੰਦੀ ਹੈ। ਸ਼੍ਰੇਣੀ ਕਮਰੇ ਦੀਆਂ ਬਹੁਤ ਸਾਰੀਆਂ ਲੋੜਾਂ ਹੋ ਸਕਦੀਆਂ ਨੇ, ਵਿਦਿਆਰਥੀਆਂ ਦੀਆਂ ਨਿੱਜੀ ਲੋੜਾਂ ਹੋ ਸਕਦੀਆਂ ਨੇ, ਔਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨਾ, ਵਿਦਿਆਰਥੀਆਂ ਦੀ ਸਮੱਸਿਆਵਾਂ ਦੀ ਸੁਣਵਾਈ, ਇਹ ਵਿਦਿਆਰਥੀਆਂ ਦੀਆਂ ਲੋੜਾਂ ਦੀ ਪੂਰਤੀ ਹੈ। ਅਧਿਆਪਨ ਦੀਆਂ ਮਨੋਵਿਗਿਆਨਕ ਪੱਧਰ ਤੇ ਬਹੁਤ ਸਾਰੀਆਂ ਲੋੜਾਂ ਹੋ ਸਕਦੀਆਂ ਨੇ ਕਿ ਇੱਕ ਕਹਿ ਲਓ ਕਿ ਇੱਕ ਚੰਗੇ ਕਹਿ ਲਓ ਕਿ ਵਿਸ਼ਾ ਵਸਤੂ ਦੀ ਤਿਆਰੀ, ਜਾਂ ਇੱਕ ਕਹਿ ਲਓ ਕਿ ਇੱਕ ਲੋੜੀਂਦਾ ਜਿਹੜਾ ਸਬਜੈਕਟ ਮੈਟਰ ਹੈ, ਜਾਂ ਜੋ ਅਜਿਹਾ ਸਬਜੈਕਟ ਮੈਟਰ ਜੋ ਵਿਦਿਆਰਥੀਆਂ ਦੇ ਉੱਪਰ ਆਪਣਾ ਪ੍ਰਭਾਵ ਰੱਖਦਾ ਹੋਵੇ ਜਾਂ ਵਿਦਿਆਰਥੀਆਂ ਦੀ ਰੁਚੀ ਦੇ ਮੁਤਾਬਕ ਹੋਵੇ। ਇੱਕ ਅਧਿਆਪਕ ਲਈ ਅਜਿਹੇ ਸਬਜੈਕਟ ਮੈਟਰ ਦੀ ਚੋਣ ਕਰਨੀ, ਅਜਿਹੇ ਦਿਲਚਸਪ ਮੈਟਰ ਦੀ ਚੋਣ ਕਰਨੀ, ਚੰਗੀਆਂ ਅਧਿਆਪਨ ਕਿਰਿਆਵਾਂ ਔਰ ਚੰਗੀਆਂ ਅਧਿਆਪਨ ਵਿਧੀਆਂ, ਚੰਗੀਆਂ ਅਧਿਆਪਨ ਜੁਗਤਾਂ ਦੀ ਚੋਣ ਕਰਨੀ, ਔਰ ਵਧੀਆ ਢੰਗ ਵਿਦਿਆਰਥੀਆਂ ਨੂੰ ਸਿਖਾਉਣ ਦੇ ਲਈ ਉਹਨਾਂ ਦੀ ਚੋਣ ਕਰਨੀ ਔਰ ਉਹਨਾਂ ਦੇ ਉੱਪਰ ਕੰਮ ਕਰਨਾ, ਇਹ ਅਧਿਆਪਨ ਦੀ ਲੋੜ ਹੈ। ਕਿ ਇਹਦੇ ਆਪਾਂ ਨੂੰ ਖੋਜ ਦੀ ਲੋੜ ਵੀ ਪੈਂਦੀ ਹੈ ਕਿ ਕਿਸੇ ਵਿਸ਼ੇ ਨੂੰ ਲੈ ਕੇ ਉਸ ਦੇ ਉੱਪਰ ਖੋਜ ਕਰਨੀ। ਉਦਾਹਰਨ ਦੇ ਤੌਰ ਤੇ ਜੋ ਵਿਦਿਆਰਥੀ ਜਮਾਤ ਦੇ ਵਿੱਚ ਬਹੁਤ ਜ਼ਿਆਦਾ ਹੌਲੀ ਸਿੱਖਦੇ ਨੇ ਕਿਸੇ ਗੱਲ ਨੂੰ ਜਾਂ ਕਿਸੇ ਐਕਸਪੈਰੀਮੈਂਟ ਨੂੰ, ਉਹਨਾਂ ਨੂੰ ਜਲਦੀ ਨਾਲ ਕਿਵੇਂ ਸਿਖਾਇਆ ਜਾਵੇ ਜਾਂ ਉਹਨਾਂ ਨੂੰ ਉਸ ਵਿਸ਼ੇ ਦੇ ਵਿੱਚ ਜ਼ਿਆਦਾ ਉਹਨਾਂ ਦੀ ਜਿਹੜੀ ਦਿਲਚਸਪੀ ਉਹ ਕਿਸ ਤਰ੍ਹਾਂ ਬਣਾਈ ਜਾਵੇ, ਅਧਿਆਪਕ ਦੀ ਲੋੜ ਹੁੰਦੀ ਹੈ ਕਿ ਇਸ ਦੇ ਉੱਪਰ ਵੀ ਖੋਜ ਕੀਤੀ ਜਾਵੇ। ਸੋ ਲੋੜਾਂ ਨੇ ਜਿਹੜੀਆਂ ਅਧਿਆਪਨ ਨੂੰ ਲੈ ਕੇ, ਸਿੱਖਣ ਨੂੰ ਲੈ ਕੇ, ਸ਼੍ਰੇਣੀ ਕਮਰੇ ਨੂੰ ਲੈ ਕੇ ਜਾਂ ਸਿੱਖਿਆ ਖੇਤਰ ਨੂੰ ਲੈ ਕੇ ਬਹੁਤ ਸਾਰੀਆਂ ਹੁੰਦੀਆਂ ਨੇ। ਉਹਨਾਂ ਲੋੜਾਂ ਦੀ ਸੰਤੁਸ਼ਟੀ ਜਾਂ ਉਹਨਾਂ ਲੋੜਾਂ ਦੀ ਪੂਰਤੀ ਕਰਨੀ ਇੱਕ ਮਨੋਵਿਗਿਆਨਕ ਕਾਰਜ ਹੁੰਦਾ, ਇੱਕ ਬਹੁਤ ਵੱਡਾ ਕਾਰਜ ਹੁੰਦਾ ਅਧਿਆਪਨ ਲਈ, ਸਿੱਖਣ ਲਈ, ਔਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਲੋੜਾਂ ਦੀ ਪੂਰਤੀ ਕਰਕੇ ਉਹਨਾਂ ਨੂੰ ਸੰਤੁਸ਼ਟ ਕਰਨਾ। ਭਾਵ ਕਿ ਸਿੱਖਣਾ ਵਿਦਿਆਰਥੀਆਂ ਲਈ ਇੱਕ ਵੱਧ ਤੋਂ ਵੱਧ ਸਿੱਖਣਾ ਜਾਂ ਕਿਸੇ ਮੁੱਦੇ ਨੂੰ ਡੂੰਘਾਈ ਦੇ ਵਿੱਚ ਜਾ ਕੇ ਸਿੱਖਣਾ ਵਿਦਿਆਰਥੀਆਂ ਦੀ ਲੋੜ ਹੋ ਸਕਦੀ ਹੈ, ਔਰ ਉਹਨਾਂ ਨੂੰ ਵੱਧ ਤੋਂ ਵੱਧ ਸਿਖਾ ਕੇ ਔਰ ਇੱਕ ਚੰਗੇ ਤਰੀਕੇ ਦੇ ਨਾਲ, ਚੰਗੀਆਂ ਉਦਾਹਰਨਾਂ ਦੇ ਨਾਲ, ਚੰਗੀਆਂ ਸਿੱਖਣ ਵਿਧੀਆਂ ਦੇ ਨਾਲ ਔਰ ਚੰਗੇ এনवायरमेंट ਦੇ ਵਿੱਚ ਉਹਨਾਂ ਨੂੰ ਸਿਖਾਉਣਾ ਕੀ ਹੈ ਕਿ ਉਹਨਾਂ ਦੀ ਲੋੜਾਂ ਦੀ ਸੰਤੁਸ਼ਟੀ ਹੈ। ਔਰ ਅਸੀਂ ਇਸ ਦੇ ਅਗਲੇ ਪੱਖ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਉਂਦਾ ਹੈ ਕਿ ਉਦੇਸ਼ਾਂ ਦੀ ਖੋਜ। ਉਸ ਦਾ ਅਗਲਾ ਪੱਖ ਹੈ ਉਦੇਸ਼ਾਂ ਦੀ ਖੋਜ। ਜਦੋਂ ਸਾਡੇ ਕਾਰਜ ਦਾ ਉਦੇਸ਼ ਹੁੰਦਾ ਹੈ ਤਾਂ ਅਸੀਂ ਉਸ ਕਾਰਜ ਨੂੰ ਬਹੁਤ ਹੀ ਦਿਲਚਸਪੀ ਦੇ ਨਾਲ, ਬਹੁਤ ਹੀ ਇੱਕ ਕਹਿ ਲਓ ਕਿ ਅੱਛੇ ਤਰੀਕੇ ਦੀ ਯੋਜਨਾਬੰਦੀ ਦੇ ਨਾਲ ਕਰਦੇ ਹਾਂ। ਤਾਂ ਉਦੇਸ਼ਾਂ ਦੀ ਖੋਜ ਕਰਨੀ ਤਾਂ ਇਹ ਵੀ ਆਪਣਾ ਇੱਕ ਬਹੁਤ ਵੱਡਾ ਪੱਖ ਹੈ। ਜੇਕਰ ਸਾਡਾ ਕੋਈ ਉਦੇਸ਼ ਨਹੀਂ ਹੋਏਗਾ ਕਿ ਅਸੀਂ ਪੜ੍ਹ ਰਹੇ ਹਾਂ, ਅਸੀਂ ਬਹੁਤ ਅਧਿਆਪਨ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਕਰ ਰਹੇ ਹਾਂ ਔਰ ਸਿੱਖਣ ਦੀ
ਜਿਹੜੀ ਕਿਰਿਆ ਉਹ ਵੀ ਬਹੁਤ ਵੱਡੇ ਪੱਧਰ ਤੇ ਵਾਪਰ ਰਹੀ ਹੈ ਔਰ ਵਿਦਿਆਰਥੀਆਂ ਬਹੁਤ ਗਿਣਤੀ ਦੇ ਵਿੱਚ ਜਾ ਕੇ ਲੋ ਕਿ ਇੱਕ ਵੱਡੀ ਪੱਧਰ ਦੇ ਉੱਪਰ ਸਿੱਖਣ ਦੇ ਨਾਲ ਜੁੜੇ ਹੋਏ ਨੇ, ਅਧਿਆਪਨ ਦੇ ਨਾਲ ਜੁੜੇ ਹੋਏ ਨੇ। ਤਾਂ ਉੱਥੇ ਅਸੀਂ ਕਹਾਂਗੇ ਕਿ ਜਦੋਂ ਸਾਡਾ ਕੋਈ ਉਦੇਸ਼ ਨਹੀਂ ਖੋਜਾਂਗੇ ਕਿ ਅਸੀਂ ਸਾਡਾ ਮਕਸਦ ਕੀ ਆ ਜਾਂ ਅਸੀਂ ਇਸ ਚੀਜ਼ ਨੂੰ ਕਿਉਂ ਕਰ ਰਹੇ ਹਾਂ ਜਾਂ ਇਸ ਦੇ ਵਿੱਚ ਪਿੱਛੇ ਸਾਡਾ ਕੋਈ ਲਾਲਚ ਹੈ, ਤਾਂ ਉਸ ਤੋਂ ਬਿਨਾਂ ਅਸੀਂ ਕੀ ਹੈ ਜਿਹੜਾ ਕਾਰਜ ਹੈ ਉਹ ਸਫਲਤਾਪੂਰਵਕ ਤਰੀਕੇ ਦੇ ਨਾਲ ਅਸੀਂ ਨੇਪਰੇ ਨਹੀਂ ਚੜ੍ਹ ਸਕਦੇ। ਸੋ ਸਾਡਾ ਇੱਕ ਫਰਜ਼ ਹੁੰਦਾ ਹੈ, ਇੱਕ ਅਧਿਆਪਕ ਦਾ ਫਰਜ਼ ਹੁੰਦਾ ਹੈ ਕਿ ਉਦੇਸ਼ਾਂ ਦੀ ਖੋਜ ਕੀਤੀ ਜਾਵੇ ਕਿ ਅਸੀਂ ਅਧਿਆਪਨ ਦੇ ਵਿੱਚ ਅਸੀਂ ਸਬਜੈਕਟ ਮੈਟਰ ਲਿਆ, ਕੋਈ ਵਿਸ਼ਾ ਵਸਤੂ ਜਾਂ ਵਿਸ਼ੇ ਦੀ ਖੋਜ ਕੀਤੀ ਆ ਜਾਂ ਵਿਸ਼ਿਆਂ ਦੀ ਅਸੀਂ ਚੋਣ ਕੀਤੀ ਆ ਜਾਂ ਅਸੀਂ ਵਿਦਿਆਰਥੀ ਕਿਰਿਆਵਾਂ ਨੂੰ ਲੈ ਕੇ ਕਿਸੇ ਉਹਨਾਂ ਕਿਰਿਆਵਾਂ ਨੂੰ ਅਸੀਂ ਇਕੱਠਾ ਕੀਤਾ ਜਾਂ ਉਹਨਾਂ ਦੀ ਕੋਈ ਯੋਜਨਾਬੰਦੀ ਤਿਆਰ ਕੀਤੀ ਆ ਜਾਂ ਵਿਦਿਆਰਥੀਆਂ ਲਈ ਕੋਈ ਕਾਰਜ ਕੀਤਾ ਜਾਂ ਸਿੱਖਣ ਨੂੰ ਲੈ ਕੇ ਕੋਈ ਖੋਜ ਕੀਤੀ ਆ, ਅਧਿਆਪਨ ਨੂੰ ਲੈ ਕੇ ਕੋਈ ਖੋਜ ਕੀਤੀ ਆ, ਤਾਂ ਉਹਨਾਂ ਦਾ ਜਿਹੜਾ ਉਦੇਸ਼ ਹੈ ਉਹ ਸਪਸ਼ਟ ਹੋਣਾ ਚਾਹੀਦਾ। ਔਰ ਜਦੋਂ ਉਦੇਸ਼ ਸਪਸ਼ਟ ਹੋਏਗਾ ਤਾਂ ਸਿੱਖਣਾ ਵੀ ਹੈ ਜਿਹੜਾ ਉਹ ਇੱਕ ਸਫਲਤਾਪੂਰਵਕ ਹੋ ਨਿਬੜਦਾ ਤੇ ਜਿਹੜਾ ਅਧਿਆਪਨ ਹੈ ਉਹ ਵੀ ਸਫਲਤਾਪੂਰਵਕ ਹੈ ਜਿਹੜਾ ਹੋ ਨਿਬੜਦਾ। ਸੋ ਮਨੋਵਿਗਿਆਨਕ ਪੱਧਰ ਤੇ ਕੀ ਹੈ ਕਿ ਜਿਹੜਾ ਉਦੇਸ਼ਾਂ ਦੀ ਖੋਜ ਹੈਗੀ ਆ ਉਹ ਇੱਕ ਆਪਣਾ ਬਹੁਤ ਵੱਡਾ ਜਿਹੜਾ ਉਹਦਾ ਪ੍ਰਭਾਵ ਹੁੰਦਾ ਹੈ ਜਾਂ ਉਸਦਾ ਇੱਕ ਆਪਣਾ ਮਹੱਤਵਪੂਰਨ ਜਿਹੜਾ ਸਥਾਨ ਹੁੰਦਾ ਹੈ। ਔਰ ਅਸੀਂ ਅਗਲੇ ਜਿਹੜਾ ਪੱਖ ਹੈ ਉਸ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਉਂਦਾ ਹੈ ਖੋਜ ਕਰਨਾ। ਉਸ ਦੇ ਵਿੱਚ ਆਉਂਦਾ ਹੈ ਖੋਜ ਕਰਨਾ। ਅਸੀਂ ਜਿਹੜੀ ਖੋਜ ਹੈ ਉਹ ਅਸੀਂ ਕਿਸੇ ਇਹ ਨਹੀਂ ਹੈਗਾ ਕਿ ਕੇਵਲ ਤੇ ਕੇਵਲ ਅਸੀਂ ਕਿਸੇ ਇੱਕ ਪੱਖ ਨੂੰ ਲੈ ਕੇ ਕਰਨੀ ਹੈ ਕਿ ਭਾਵ ਅਧਿਆਪਕ ਨੇ ਖੋਜ ਕੇਵਲ ਤੇ ਕੇਵਲ ਵਿਦਿਆਰਥੀਆਂ ਨੂੰ ਲੈ ਕੇ ਕਰਨੀ ਹੈ ਜਾਂ ਵਿਦਿਆਰਥੀਆਂ ਦੀਆਂ ਕਿਰਿਆਵਾਂ ਨੂੰ ਲੈ ਕੇ ਕਰਨੀ ਹੈ। ਭਾਵ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਸਾਰੇ ਪੱਖ ਨੇ ਜਿਹੜੇ ਹੁੰਦੇ ਨੇ। ਅਧਿਆਪਨ ਨੂੰ ਲੈ ਕੇ ਵੀ ਖੋਜ ਹੋ ਸਕਦੀ ਹੈ, ਸਿੱਖਣ ਨੂੰ ਲੈ ਕੇ ਵੀ ਖੋਜ ਹੋ ਸਕਦੀ ਹੈ, ਵਿਸ਼ੇ ਵਸਤੂ ਨੂੰ ਲੈ ਕੇ ਖੋਜ ਹੋ ਸਕਦੀ ਹੈ। ਬਹੁਤ ਸਾਰੀਆਂ ਜਿਹੜੀਆਂ ਵਿਸ਼ੇ ਨੇ ਜਾਂ ਬਹੁਤ ਸਾਰੇ ਉਪ ਵਿਸ਼ੇ ਨੇ ਜਿਨ੍ਹਾਂ ਦੇ ਉੱਪਰ ਅਨੇਕ ਇੱਕ ਤੋਂ ਵੱਧ ਜਿਹੜੀਆਂ ਖੋਜਾਂ ਨੇ ਉਹ ਹੋ ਸਕਦੀਆਂ। ਸੋ ਜਿਹੜਾ ਅਧਿਆਪਨ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਐਸੀ ਕਿਰਿਆ ਨਹੀਂ ਹੈਗੀ ਕਿ ਜੋ ਸਾਡੇ ਕੋਲੇ ਮੈਟਰ ਹੈ ਜਾਂ ਜੋ ਸਾਡੇ ਕੋਲੇ ਇੱਕ ਪਰੰਪਰਾਵਾਦੀ ਜਾਂ ਇੱਕ ਜਿਹੜਾ ਪਿਛਲੇ ਸਮੇਂ ਤੋਂ ਚੱਲ ਰਿਹਾ ਕੋਈ ਵੀ ਕਿਰਿਆਵਾਂ ਨੇ, ਕੋਈ ਵੀ ਸਿੱਖਣ ਵਿਧੀਆਂ ਨੇ ਜਾਂ ਉਹ ਵਿਸ਼ੇ ਵਸਤੂ ਨੇ, ਕੇਵਲ ਉਹਨਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਜਾਂ ਜੋ ਸਾਡੇ ਕੋਲੇ ਮਟੀਰੀਅਲ ਹੈ, ਜੋ ਸਾਡੀਆਂ ਕਿਤਾਬਾਂ ਦੇ ਵਿੱਚ ਛਪਿਆ ਹੈ ਜਾਂ ਜੋ ਸਾਡੇ ਕੋਲੇ ਸਧਾਰਨ ਤੌਰ ਤੇ ਨੌਲੇਜ ਹੈ ਉਹ ਅਸੀਂ ਵਿਦਿਆਰਥੀਆਂ ਨੂੰ ਦੇਣੀ ਹੈ। ਇਹ ਇੱਕ ਸੀਮਿਤ ਕਾਰਜ ਹੋ ਗਿਆ। ਸੋ ਜਿਹੜਾ ਅਧਿਆਪਨ ਹੈ ਉਹਦਾ ਜਿਹੜਾ ਵਿਗਿਆਨਕ ਪੱਧਰ ਤੇ ਜਦੋਂ ਅਸੀਂ ਉਸ ਦੇ ਬਾਰੇ ਪੜ੍ਹਦੇ ਹਾਂ ਜਾ ਕੇ ਤਾਂ ਉਸ ਦੇ ਵਿੱਚ ਆਉਂਦਾ ਹੈ ਕਿ ਇੱਕ ਖੋਜ ਕਰਨਾ ਮਹੱਤਵਪੂਰਨ ਕਾਰਜ ਹੈ। ਖੋਜ ਕਰਨਾ ਮਹੱਤਵਪੂਰਨ ਕਾਰਜ ਹੈ। ਉਹ ਖੋਜ ਕਿਸੇ ਵੀ ਵਿਸ਼ੇ ਦੇ ਉੱਪਰ ਹੋ ਸਕਦੀ ਹੈ ਕਿ ਅਸੀਂ ਰੋਜ਼ਾਨਾ ਪੜ੍ਹਾਉਂਦੇ ਹੋਏ, ਅਸੀਂ ਰੋਜ਼ਾਨਾ ਅਧਿਆਪਨ ਕਰਦੇ ਟਾਈਮ, ਅਸੀਂ ਰੋਜ਼ਾਨਾ ਸਿੱਖਣ ਕਰਦੇ ਸਮੇਂ ਤਾਂ ਅਸੀਂ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਹੈ ਜਿਹੜਾ ਜਾਂ ਬਹੁਤ ਸਾਰੇ ਵਿਸ਼ੇ ਜਾਂ ਬਹੁਤ ਸਾਰੀਆਂ ਕਹਿ ਲਓ ਕਿ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਸਾਹਮਣੇ ਦੇਖਣ ਨੂੰ ਆਉਂਦੀਆਂ ਨੇ ਕਿ ਜਿਨ੍ਹਾਂ ਦੇ ਉੱਪਰ ਸਾਨੂੰ ਖੋਜ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਜਿਸ ਤਰ੍ਹਾਂ ਅਧਿਆਪਨ ਦੇ ਵਿੱਚ ਕਿ ਕੁਝ ਵਿਦਿਆਰਥੀਆਂ ਦਾ ਬਹੁਤ ਜਲਦੀ ਕਿਸੇ ਚੀਜ਼ ਨੂੰ ਸਮਝ ਪਾ ਲੈਣਾ, ਕਿਸੇ ਵਿਦਿਆਰਥੀਆਂ ਦਾ ਕਿਸੇ ਚੀਜ਼ ਨੂੰ ਸਮਝ ਨਾ ਪਾਉਣਾ ਔਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ, ਵਿਦਿਆਰਥੀਆਂ ਦੀਆਂ ਲੋੜਾਂ ਔਰ ਵਿਦਿਆਰਥੀਆਂ ਨੂੰ ਇੱਕ ਸੰਤੁਸ਼ਟੀਜਨਕ ਉਹਨਾਂ ਦੀ ਲੋੜਾਂ ਦੀ ਪੂਰਤੀ ਕਰਨੀ। ਕਿਸੇ ਵੀ ਵਿਸ਼ਾ ਉਸ ਦੇ ਉੱਪਰ ਅਧਿਆਪਕ ਦੇ ਸਾਹਮਣੇ ਤਾਂ ਬਹੁਤ ਸਾਰੇ ਵਿਸ਼ੇ ਨੇ ਜਿਹੜੇ ਜਾਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਆਉਂਦੀਆਂ ਨੇ ਜਿਨ੍ਹਾਂ ਦੇ ਉੱਪਰ ਅਧਿਆਪਕ ਨੂੰ ਜਿਹੜਾ ਖੋਜ ਦੀ ਜ਼ਰੂਰਤ ਪੈਂਦੀ ਹੈ। ਖੋਜ ਵੱਡੇ ਪੱਧਰ ਤੇ ਵੀ ਹੋ ਸਕਦੀ ਹੈ, ਉਸ ਦਾ ਜਿਹੜਾ ਪੱਧਰ ਉਹ ਲਘੂ ਪੱਧਰ ਵੀ ਹੈ ਜਿਹੜਾ ਹੋ ਸਕਦਾ ਹੈ ਕਿ ਛੋਟੇ ਪੱਧਰ ਤੇ ਵੀ ਅਸੀਂ ਜਿਹੜੀ ਖੋਜ ਹੈ ਉਹ ਕਰਦੇ ਹਾਂ। ਕਿ ਅਸੀਂ ਇੱਕ ਕਹਿ ਲਓ ਕਿ ਸਿੰਪਲ ਜੀ ਅਸੀਂ ਇੱਕ ਉਦਾਹਰਨ ਲਈਏ ਤਾਂ ਵਿਦਿਆਰਥੀ ਜਦੋਂ ਜਮਾਤ ਦੇ ਵਿੱਚ ਕੁਝ ਵਿਦਿਆਰਥੀ ਨੇ ਜਿਹੜੇ ਉਹ ਸਿੱਖਣ ਦੇ ਵਿੱਚ ਲੇਟ ਹੋ ਜਾਂਦੇ ਹਨ ਜਾਂ ਉਹ ਬਹੁਤ ਹੌਲੀ ਸਿੱਖਦੇ ਹਨ ਜਾਂ ਉਹਨਾਂ ਦਾ ਉਸ ਵਿਸ਼ੇ ਦੇ ਵਿੱਚ ਦਿਲਚਸਪੀ ਨਹੀਂ ਹੁੰਦੀ ਤਾਂ ਅਧਿਆਪਕ ਸੋਚਦਾ ਹੈ ਕਿ ਕੀ ਕਾਰਨ ਹੈ ਕਿ ਇਹਨਾਂ ਵਿਦਿਆਰਥੀਆਂ ਦੀ ਜਾਂ ਕੁਝ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਇਸ ਵਿਸ਼ੇ ਦੇ ਵਿੱਚ
कह लो कि इंटरस्ट क्यों नहीं ले रहे, उन्होंने दिलचस्पी क्यों नहीं हो रही, वो क्यों नहीं प्रेरित हो रहे हैं, तो उसके उपर भी खोज की जा सकती है, भावें कोई छोटे पद्धर की हो। सो अध्यापन कार्य के विच तां हर पद्धर के उपर जिहड़ा वो खोज कार्य के उपर आधारित होंदा है, जां एक खोज कार्य के नाल है जिहड़ा अध्यापन है उसनूं क्रियाशील बनाया जा सकता है, उसनूं विकासशील बनाया जा सकता है, और जिहड़ा सिखना उसके जो खोज के आधार पर सीखना होंदा है वो स्थाई होंदा है, और वो की होंदा है कि उचित जिहड़ा एक उचित किस्म का सीखना होंदा है कि जो असीं किसी चीज़ को खोज के सीखते हाँ, जो असीं किसी चीज़ तो बनी बनाई तो सीखते हाँ, तो शायद वो सीखना जिहड़ा स्थाई नहीं होंदा, जां उस दे विच जिहड़ी दिलचस्पी है घट हो सकती है। सो जिहड़ा खोज कार्य है भावें वो विद्यार्थियों के द्वारा होवे, भावें वो अध्यापक के द्वारा होवे, भावें किसी होर व्यक्ति के द्वारा होवे, खोज कार्य बहुत ही ज़्यादा महत्वपूर्ण स्थान रखता है अध्यापन क्रिया के विच और सिखण क्रिया के विच। और असीं अपने अगला जिहड़ा पक्ष है उसकी गल करिए तो उस दे विच भी आउंदा है कि समाजिक वातावरण, उस दे विच आउंदा है कि समाजिक वातावरण है जिहड़ा वो भी किते ना किते है जिहड़ा अध्यापन नूं जां मनोविग्यान के पद्धर ते प्रभावित करता है। समाजिक वातावरण समाजिक वातावरण की असीं गल करिए तो उस दे विच कि जदों एक बच्चा वो अपने परिवार दे विच जन्म लैंदा है और परिवार के व्यक्तियों के द्वारा वो सीखना शुरू कर दिंदा है, वो बोलना, वो चलना और उसका नज़रिया और उसनों समाज में देखण का, उस वस्तुओं के बहुत सारी वस्तुओं के नाम, बहुत सारे रिश्तियों के नाम वो अपने घर तो सीखता है, और फिर वो स्कूल के किसी भी सिक्ख्या संस्था के दाखिल होता है। और जिहड़ा समाजिक वातावरण है वो उसके दिमाग के उपर एक छाप छड़ दिंदा है कि जिस तो उहदियां रुचियां, जिस तो उहदा सुभाव, जिस तो उहदे बोलण का लहजा, उहदी शब्दावली और बाकी लोगों के नाल संबंध की है ना कि वो जिहड़ा समाजिक वातावरण है उहनूं उसनूं दिंदा है कि वो समाज दे विच जिहो जिहा वातावरण हुंदा है, जिहड़ा एक छोटा बच्चा उस तरह के जिहड़े सुभाव है जां उस तरह का उहदा सुभाव है जिहड़ा वो बन जाता है समाजिक वातावरण के मुताबिक। असीं देखते हैं कि जिहड़े छोटे बच्चे ने वो जिस तरह के समाज के विचों आउंदे हन, जे वो किसी विकसित समाज के विचों आउंदे हन तो उन्हां दा सुभाव, उन्हां दा रहन सहन, उन्हां दा नज़रिया उस तरह का हुंदा है। जदों कुछ जिहड़े बच्चे ने वो किसी पछड़े हुए समाज के नाल वो संबंधित होंदे हैं तो उन्हां दा सुभाव, उन्हां दा उन्हां दियां क्रियावां और उन्हां दी बोली और उन्हां दा सिखण ढंग उन्हां दा उस तरह का होंदा है। सो समाजिक वातावरण है जिहड़ा वो विद्यार्थी की शख्सियत के उपर बहुत ज़्यादा प्रभाव पाउंदा है। सो इस जिहड़ा अध्यापन है उस तो प्रभावित होंदा है, जां अध्यापन के दौरान आ जिहड़ा वो चीज़ां ने जिहड़ियां वो अपना स्थान रखदियां ने, जां कह लो कि अपना जिहड़ा प्रभाव है वो रखदियां ने। इस तो इलावा भी कुछ होर पक्ष भी मैं कहना ने दिते ने सानूं कि जिन्हां दे उपर अध्यापन जिहड़ा वो आधारित हुंदा है जां अध्यापन क्रिया दे विच जिहड़े वो पक्ष ने वो अपना महत्वपूर्ण स्थान रखते हैं। सो जिहड़े बाकी दे पक्ष ने मैं कहना उहदे द्वारा दिते हुए वो असीं अपने अगले लैक्चर दे विच उस दे उपर विचार करांगे। सो अज असीं इन्हां जिहड़े पक्ष ने जिस तरह जीवित प्राणी, लोड़ां की संतुष्टि, उद्देश्यों की खोज और एक खोज करना, सामाजिक वातावरण, इस तरह के जिहड़े पक्ष ने वो अध्यापन नूं मनोविग्यान के पद्धर के उपर और सिखण नूं दोवां नूं प्रभावित करते हैं कि किस तरह एक मनुख जीवित प्राणी हुंदा है और जीवित प्राणी होने के नाल नाल वो अपना सुभाव, अपनी दिलचस्पियां ने जिहड़ियां उन्हां दे उपरों प्रभावित हुंदा उहदा सिखना। और अगला जिहड़ियां लोड़ां की संतुष्टि है, विद्यार्थियों की लोड़ां नूं संतुष्ट और विद्यार्थियों की लोड़ां की पूर्ति करनी, वो भी अध्यापन नूं जिहड़ा किते ना किते प्रभावित करदा। और अगला है ना उद्देश्यों की खोज कि उद्देश्यों को खोज के ही असीं एक सफलतापूर्वक अध्यापन जिहड़ा वो कर सकते हैं, जां असीं उद्देश्यों को अखों परोखे अध्यापन के दौरान नहीं कर सकते हैं। और एक खोज के आधारित अध्यापन जां अध्यापन दे विच जिहड़ी खोज है वो अपना महत्वपूर्ण स्थान रखती है, भावें वो किसी भी विषय के उपर हो, किसी भी उप विषय के उपर हो। और उसी तरह जो सामाजिक वातावरण है
ਉਹ ਵੀ ਆਪਣਾ ਕੀ ਹੈ ਕਿ ਆਪਣਾ ਮਹੱਤਵਪੂਰਨ ਸਥਾਨ ਰੱਖਦਾ ਅਧਿਆਪਨ ਦੇ ਵਿੱਚ ਔਰ ਸਿੱਖਣ ਪ੍ਰਕਿਰਿਆ ਦੇ ਵਿੱਚ। ਸੋ ਅਸੀਂ ਜੋ ਬਾਕੀ ਸਾਡੇ ਪੱਖ ਰਹਿ ਗਏ ਉਸ ਨੂੰ ਅਸੀਂ ਆਪਣੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ। ਸੋ ਅੱਜ ਲਈ ਇੰਨਾ ਹੀ, ਧੰਨਵਾਦ।